नहीं मतलब हैशटैग इत्थे रखना। हां चलो रेडी। हां कदे घरे बना के सत श्री अकाल सारे नो चाह दा कप पिया दे नहीं कदे घरे बना के। सत श्री अकाल होण सत श्री अकाल सारिਆਂ ਨੂੰ ਐਂਡ ਵੈਲਕਮ ਟੂ ਸਾਡਾ ਨਵਾਂ ਸੈਗਮੈਂਟ ਜਿਹੜਾ ਅਸੀਂ ਸ਼ੁਰੂ ਕਰ ਰਹੇ ਹਾਂ ਚਾਹ ਦਾ ਕੱਪ ਐਪੀਸੋਡ 1 ਸਬਸਕ੍ਰਾਈਬ ਕਰ ਲਿਓ ਕਿਉਂਕਿ ਤੁਸੀਂ ਭੁੱਲ ਜਾਂਦੇ ਹੋ। ਹਾਂਜੀ ਤੇ ਸ਼ੇਅਰ ਜ਼ਰੂਰ ਕਰ ਦਿਓ ਸਪੈਸ਼ਲੀ WhatsApp ਤੇ ਜਾਂ ਆਪਣੇ ਹੋਰ ਫਰੈਂਡਸ ਵਗੈਰਾ ਦੇ ਨਾਲ ਜ਼ਰੂਰ ਸ਼ੇਅਰ ਕਰਿਓ ਸਾਡਾ ਨਵਾਂ ਇਨੀਸ਼ੀਏਟਿਵ ਜਿਹੜਾ ਅਸੀਂ ਸ਼ੁਰੂ ਕਰ ਰਹੇ ਹਾਂ ਚਾਹ ਦਾ ਕੱਪ ਕਿਉਂਕਿ ਮੋਸਟ ਆਫ ਦ ਗੱਲਾਂ ਆਪਣੇ ਘਰਾਂ 'ਚ ਹਮੇਸ਼ਾ ਇੱਕ ਚਾਹ ਦੀ ਕੱਪ ਦੇ ਆਲੇ ਦੁਆਲੇ ਹੁੰਦੀਆਂ। ਹਾਂਜੀ ਜੇ ਚਾਹ ਪੀਂਦਾ ਬੰਦਾ ਕੋਈ ਗੱਲ ਛੇੜ ਲੈਂਦਾ ਰਾਈਟ। ਸਹੀ ਗੱਲ ਆ। ਆਲਰਾਈਟ ਸੋ ਅੱਜ ਜਿਹੜੀ ਅਸੀਂ ਗੱਲ ਕਰਨ ਜਾ ਰਹੇ ਹਾਂ ਉਹ ਹੈਗੀ ਆ ਇਹ ਬੜੀ ਪਪੂਲਰ ਹੋਈ ਆ ਚੀਜ਼ ਮੈਂ ਦਿਖਾ ਦਾਂ ਕੈਮਰੇ ਤੇ ਫੋਕਸ ਹੋਪਫੁਲੀ ਰਹੂਗਾ। ਇਹ ਹੈਗੀ ਆ ਇੰਡੀਅਨ ਮੈਚ ਮੇਕਿੰਗ ਨੈਟਫਲਿਕਸ ਤੇ ਵੀ ਹਾਂਜੀ ਤੇ ਅਸੀਂ ਦੇਖ ਲਈ ਐਪੀਸੋਡ ਪਹਿਲਾ ਦੇਖਿਆ ਤੇ ਫਿਰ ਉਹਦੀ ਪ੍ਰਤੀਕਿਰਿਆ ਕੀ ਰਿਐਕਸ਼ਨ ਕੀ ਆ ਉਹਦੇ ਬਾਰੇ ਸਾਡਾ ਮਤਲਬ ਅਸੀਂ ਕੀ ਸੋਚਦੇ ਹਾਂ ਉਹਦੇ ਬਾਰੇ ਤੇ ਮਤਲਬ ਓਵਰਆਲ ਮੇਰੇ ਖਿਆਲ 'ਚ ਇਹਦੇ ਆਸ-ਪਾਸ ਹੀ ਜਿਹੜੀ ਚੀਜ਼ ਹੈ ਕਿਉਂਕਿ ਮੇਰੇ ਖਿਆਲ ਜਿਹੜਾ ਨਾਂ ਉਹਨਾਂ ਨੇ ਰੱਖਿਆ ਨੈਟਫਲਿਕਸ ਤੇ ਇੰਡੀਅਨ ਮੈਚ ਮੇਕਿੰਗ ਉਹ ਵੀ ਕਾਫੀ ਕੈਚੀ ਲੱਗਿਆ ਮੈਨੂੰ ਪਹਿਲਾਂ ਤੇ ਦੇਖਣ ਨੂੰ ਕਿ ਮੈਨੂੰ ਐ ਸੀਗਾ ਵੀ ਇਹਦੇ 'ਚ ਹੈ ਕੀ ਮੈਂ ਦੇਖਾਂ ਜ਼ਰੂਰ ਇਹਨੂੰ। ਜੇ ਪੰਜਾਬੀ 'ਚ ਕਹੀਏ ਤਾਂ ਵਿਚੋਲਿਆਂ ਦਾ ਸੀਰੀਅਲ ਹੈ। ਹਾਂਜੀ ਤੇ ਪੰਜਾਬੀ ਦੀ ਕਹਾਵਤ ਆ ਵੀ ਗੁਰਪ੍ਰੀਤ ਗੁੱਗੀ ਕਹਿੰਦਾ ਵੀ ਵਿਚੋਲਾ ਹੁੰਦਾ ਜਿਹੜਾ ਵਿੱਚੋਂ ਓਲਾ ਰੱਖੇ। ਅੱਛਾ ਤੇ ਇਹ ਸੀਰੀਜ਼ ਦੇ ਵਿੱਚ 2-4 ਚੀਜ਼ਾਂ ਹੈਗੀਆਂ ਜਿੱਥੇ ਵਿਚੋਲਾ ਓਲਾ ਰੱਖਦਾ। ਅੱਛਾ ਵਿਚੋਲੀ ਹਾਂਜੀ ਵਿਚੋਲੀ ਓਲਾ ਰੱਖਦੀ ਹੈ। ਕੌਣ ਹੈ ਉਹ ਆਂਟੀ ਸੀਮਾ ਤਪਾਰੀਆ ਮਾਮੀ। ਹਾਂਜੀ ਮਾਮੀ। ਅੱਛਾ ਹਾਂ ਮਾਮੀ ਕਹਿੰਦੇ ਨੇ ਇਹ ਹੈ ਜੀ ਮਾਮੀ ਸੀਮਾ ਤਪਾਰੀਆ ਜੀ। ਹਾਂਜੀ ਤੇ ਆਪਾਂ ਬੇਸਿਕਲੀ ਚੜ੍ਹਦੀ ਕਲਾ ਹਲਕਾ ਫੁਲਕਾ ਰੱਖਣਾ ਆਪਾਂ ਸੋਚਣਾ ਆ ਆਪਾਂ ਮਾੜਾ ਨਹੀਂ ਕਹਿਣਾ ਕਿਸੇ ਨੂੰ ਜਿਵੇਂ ਤੁਹਾਨੂੰ ਪਤਾ ਸਾਡੀ ਫਿਰਤ ਦਾ ਕਿਉਂਕਿ ਆਪਾਂ ਹਮ ਨਹੀਂ ਚੰਗੇ ਬੁਰਾ ਨਹੀਂ ਅਸੀਂ ਕੰਸਟਰਕਟਿਵਲੀ ਮਤਲਬ ਉਹਨੂੰ ਉਹ ਕਰ ਰਹੇ ਹਾਂ ਰਿਐਕਸ਼ਨਸ ਦੇ ਰਹੇ ਹਾਂ ਔਰ ਕੰਸਟਰਕਟਿਵ ਉਹਦੇ ਤੇ ਸੋਚਣ ਲਈ ਮਜਬੂਰ ਸੋਚਣ ਦੇ ਤੇ ਇਹ ਟੌਪਿਕ ਅਸੀਂ ਤਾਂ ਚੁਣਿਆ ਹੋਰ ਵੀ ਬਥੇਰੇ ਮੂਵੀ ਰਿਵਿਊ ਵਗੈਰਾ ਵੀ ਕਰ ਸਕਦੇ ਪਰ ਚਾਹ ਦੇ ਕੱਪ ਤੇ ਸਾਡੀ ਕਨਵਰਸੇਸ਼ਨ ਨਹੀਂ ਚੱਲ ਰਹੀ ਪਿਛਲੇ 2-3 ਦਿਨਾਂ ਤੋਂ ਉਹ ਹੈ ਇਸ ਕਰਕੇ ਚਲ ਕਿਉਂ ਨਾ ਹਨਾ। ਹਾਂਜੀ ਆਪਾਂ ਸਾਰੀ ਆਪਣੀ YouTube ਫੈਮਿਲੀ ਨਾਲ ਸ਼ੇਅਰ ਕਰੀਏ। ਐਗਜ਼ੈਕਟਲੀ ਸੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਇੰਡੀਅਨ ਮੈਚ ਮੇਕਿੰਗ ਦਾ ਸੀਜ਼ਨ ਐਪੀਸੋਡ 1 ਤੇ ਸਾਡਾ ਵੀ ਚਾਹ ਦਾ ਕੱਪ ਐਪੀਸੋਡ 1। ਹਾਂਜੀ ਆਂਟੀ ਜੀ ਬਾਰੇ ਜਦੋਂ ਆਂਟੀ ਦੀ ਸਕਰੀਨ ਤੇ ਆਇਆ ਤੁਸੀਂ ਕੀ ਸੋਚਿਆ? ਆਂਟੀ ਜੀ ਜਦੋਂ ਮਾਮੀ ਜੀ ਨੂੰ ਪਹਿਲੀ ਵਾਰ ਦੇਖਿਆ ਸਕਰੀਨ ਤੇ ਮਤਲਬ ਸੀਮਾ ਮਾਮੀ ਜੀ ਨੂੰ ਮੈਂ ਪਹਿਲੀ ਵਾਰ ਦੇਖਿਆ ਸਕਰੀਨ ਤੇ ਪਤਾ ਨਹੀਂ ਕਿਉਂ ਮਤਲਬ ਟਿਪੀਕਲ ਜਿਹੜੇ ਆਪਣੇ ਸੋਸ਼ਲਾਈਟ ਹੁੰਦੇ ਨੇ ਨਾ ਉਹਨਾਂ ਵਰਗੇ ਹੀ ਲੱਗਦੀ ਹੈ ਉਹ ਤੇ ਮਤਲਬ ਮੈਨੂੰ ਕੁਝ ਐ ਨਹੀਂ ਲੱਗਿਆ ਕਿ ਹਾਂ ਵੀ ਉਹ ਡਿਫਰੈਂਟ ਹੋਊਗੀ ਜਾਂ ਕਿ ਡਿਫਰੈਂਟ ਨਹੀਂ ਹੋਗੀ ਜਿਵੇਂ ਮਤਲਬ ਸੋਸ਼ਲ ਇਮੇਜ ਬਣਾਈ ਹੁੰਦੀ ਆ ਆਪਣੇ ਵਿਚੋਲਿਆਂ ਨੇ ਐਗਜ਼ੈਕਟਲੀ ਉਦਾਂ ਹੀ ਸੀਗੀ। ਮਤਲਬ ਕਾਫੀ ਹਰ এনवायरमेंट ਦੇ ਵਿੱਚ ਫਿੱਟ ਹੋਣ ਵਾਲੇ ਜਿਹੜੇ ਨੋਜ਼ੀ ਨਹੀਂ ਹੁੰਦੇ ਵੀ ਤੇ ਮੈਂ ਦੇਖਿਆ ਵੀ ਇੰਟਰੋਡਕਸ਼ਨ ਵੀ ਹਰੇਕ ਜਗ੍ਹਾ ਹੈਗੇ ਧੱਕੇ ਨਾਲ ਆਂਟੀ ਇੰਟਰੋਡਕਸ਼ਨ ਕਰਦੇ ਇਹਨੂੰ ਵੀ ਇਹ ਚੀਜ਼ ਜ਼ਰੂਰ ਹੈ ਕਿਉਂਕਿ ਇਹ ਵੀ ਬਿਜ਼ਨਸ ਆ। ਇਟਸ ਅ ਬਿਜ਼ਨਸ ਹੀ ਇਜ਼ ਅ ਬਿਜ਼ਨਸ ਵੂਮਨ। ਸੋ ਜੇ ਆਪਾਂ ਇਹ ਤੋਂ ਕੁਝ ਸਿੱਖੀਏ ਤੁਸੀਂ ਕਹਿਣਾ ਹੁਣ ਤੁਸੀਂ ਦੂਜੇ ਪਾਸੇ ਚੱਲ ਗਏ ਪਰ ਜਿਹੜਾ ਬੰਦਾ ਬਿਜ਼ਨਸ ਦੇ ਵਿੱਚ ਸਕਸੈਸਫੁਲ ਹੁੰਦਾ ਜੋ ਮਰਜ਼ੀ ਆ ਅੱਜ ਉਹਦੀ ਕ੍ਰਿਟਿਸਿਜ਼ਮ ਹੋ ਰਹੀ ਆ ਜੋ ਵੀ ਹੋ ਰਿਹਾ ਆਂਟੀ ਸੀਮਾ ਤਪਾਰੀਆ ਨੈਟਫਲਿਕਸ ਤੇ ਇੰਡੀਆ ਦੇ ਵਿੱਚ ਟ੍ਰੈਂਡਿੰਗ ਟੌਪਿਕ ਬਣ ਗਈ ਡੈਫੀਨਿਟਲੀ ਤੇ ਉਹ ਸਿਰਫ ਆਪਣੇ ਜਿਹੜੇ ਉਹਨਾਂ ਨੂੰ ਝਿਜਕ ਹੈ ਨਹੀਂ। ਹਾਂਜੀ ਚਾਹੇ ਮੈਚ ਮੇਕਿੰਗ ਆ ਚਾਹੇ ਉਹ ਪੈਸੇ ਲਈ ਕਰਦੇ ਨੇ ਬਿਜ਼ਨਸ ਲਈ ਕਰਦੇ ਨੇ ਪੈਸ਼ਨ ਲਈ ਕਰਦੇ ਨੇ ਪਰ ਉਹ ਅਗਲੀ ਮਗਰ ਪਈ ਹੋਈ ਆ ਡੈਫੀਨਿਟਲੀ ਸੰਗ ਦੀ ਨਹੀਂ ਕਿਸੇ ਤੁਸੀਂ ਜੇ ਆਂਟੀ ਤੋਂ ਕੁਝ ਪੋਜ਼ਿਟਿਵ ਸਿੱਖਣਾ ਹਾਂਜੀ ਤਾਂ ਇਹ ਸਿੱਖੋ ਵੀ ਜਿਹੜੇ ਵੀ ਕੰਮ ਦੇ ਵਿੱਚ ਹੈਗਾ ਨਾ ਮੈਂ ਤਾਂ ਇਹ ਚੀਜ਼ ਸਿੱਖੀ ਤੇ ਹਾਂ ਥੋੜਾ ਜਿਹਾ ਲੱਗਦਾ ਵੀ ਸੀਗਾ ਵੀ ਆਂਟੀ ਪਤਾ ਨਹੀਂ ਪੁਰਾਣੇ ਖਿਆਲਾਂ ਦੀ ਹੋਊਗੀ ਪਰ ਪੂਰੇ ਐਪੀਸੋਡ ਦੇਖਣ ਤੱਕ ਲੱਗਦਾ ਵੀ ਸ਼ਾਇਦ ਆਂਟੀ ਇੰਨੀ ਗਲਤ ਹੈ ਨਹੀਂ। ਯੂ ਨੈਵਰ ਨੋ। ਚਲੋ ਆਂਟੀ ਦੀ ਹੋਰ ਕੋਈ ਆਬਜ਼ਰਵੇਸ਼ਨ ਤੁਸੀਂ ਵੀ ਦੱਸੋ ਵੀ ਤੁਹਾਡੀ ਸੀਮਾ ਕਮੈਂਟਸ ਦੇ ਵਿੱਚ ਜਿੰਨੇ ਵੀ ਅਸੀਂ ਕਰੈਕਟਰ ਕਵਰ ਕਰ ਰਹੇ ਹਾਂ ਤੁਹਾਡੇ ਕਮੈਂਟ ਇਦਾਂ ਹੋਣਾ ਚਾਹੀਦਾ ਵੀ ਸੀਮਾ ਤਪਾਰੀਆ ਭਾਜੀ ਮੈਂ ਸੋਚਿਆ ਤੇ ਨੈਕਸਟ ਜਿਹੜਾ ਕਰੈਕਟਰ ਉਹ ਮੈਂ ਇਦਾਂ ਸੋਚਿਆ। ਜੇ ਤੁਸੀਂ ਅੱਜ ਤੱਕ ਹੁਣ ਤੱਕ ਨਹੀਂ ਦੇਖਿਆ ਤੇ ਮੈਨੂੰ ਲੱਗਦਾ ਸਾਡਾ ਐਪੀਸੋਡ ਦੇਖਣ ਤੋਂ ਬਾਅਦ ਜ਼ਰੂਰ ਦੇਖਿਓ ਤੇ ਹਾਂ ਇੱਕ ਐਪੀਸੋਡ ਦੇਖਿਓ ਕਿਉਂਕਿ ਅਸੀਂ ਗਾਹਾਂ ਵੀ ਇਹਦੇ ਬਾਰੇ ਗੱਲਾਂ ਕਰਾਂਗੇ ਨੈਕਸਟ ਐਪੀਸੋਡ ਦੇ ਵਿੱਚ। ਪਰ ਮੇਰਾ ਮਤਲਬ ਮੈਨੂੰ ਆਂਟੀ ਨੂੰ ਪਹਿਲਾਂ ਦੇਖ ਕੇ ਤੇ ਜਦ ਆਪਾਂ ਇੰਡੀਅਨ ਮੈਚ ਮੇਕਿੰਗ ਦੇਖਦੇ ਹਾਂ ਆਪਾਂ ਨੂੰ ਥੋੜਾ ਔਡ ਲੱਗਦਾ ਵੀ ਕਿੱਥੇ ਓਲਡ ਸਟਾਈਲ ਦਾ ਸਭ ਕੁਝ ਚੱਲ ਰਿਹਾ ਹੈ ਕਿ ਮੈਚ ਮੇਕਿੰਗ ਵੀ ਤੁਸੀਂ ਮੈਚ ਲੱਭਣਾ ਹੈ ਔਰ ਫਿਰ ਉਹਨਾਂ ਨੂੰ ਮਤਲਬ ਯੂ ਗੋਨਾ ਹੈਵ ਟੂ ਮੇਕ ਅਪ देयर ਮੈਰਿਜ ਪਰ ਜਦ ਤੁਸੀਂ ਆਂਟੀ ਨੂੰ ਦੇਖਦੇ ਹੋ ਜੇ ਆਪਣੇ ਆਪ ਨੂੰ ਜਿਵੇਂ ਉਹ ਖਿਲਾਉਂਦੇ ਨੇ ਸੀਮਾ ਮਾਮੀ ਉਹਨਾਂ ਨੇ ਕਾਫੀ ਮੋਡਰਨਾਈਜ਼ ਕਰਕੇ ਔਰ ਮੈਨੂੰ ਇਹ ਵਧੀਆ ਲੱਗਿਆ ਕਿ ਉਹ ਜਦੋਂ ਸਪੀਕ ਕਰਦੇ ਆ ਮਤਲਬ ਉਹਨਾਂ ਦੇ ਵਿੱਚ ਤੁਹਾਨੂੰ ਪਤਾ ਲੱਗਦਾ ਹੈ ਕਿ ਉਹ ਬਹੁਤ ਕੌਨਫੀਡੈਂਸ ਹੱਦ ਤੋਂ ਜ਼ਿਆਦਾ ਆ बहुत ज्यादा कॉन्फिडेंस हो रहा हद तो ज्यादा इंसान जितना एक लेडी ਨੂੰ ਆਪਣੇ ਆਪ ਤੇ ਕਈ ਵਾਰ ਨਹੀਂ ਹੁੰਦਾ ਉਹਨਾਂ ਨੇ ਉਹ ਕੌਨਫੀਡੈਂਸ ਸ਼ੋ ਕੀਤਾ ਹੈ ਕਿ ਹਾਂਜੀ ਮੈਂ ਕਰਕੇ ਦਿਖਾਉਂਗੀ। ਹਾਲਾਂਕਿ ਬਾਅਦ ਦੇ ਵਿੱਚ ਖਬਰਾਂ ਆਈਆਂ ਵੀ ਕਿਸੇ ਦਾ ਵੀ ਰਿਸ਼ਤਾ ਨਹੀਂ ਹੋਇਆ ਪਰ ਚਲੋ ਕੋਈ ਗੱਲ ਨਹੀਂ but it doesn't matter ਉਹ ਤਾਂ ਖੈਰ and that's a good thing। yes
ਜੇ ਆਪਾਂ ਇਹਨੂੰ ਜਸਟੀਫਾਈ ਨਹੀਂ ਕਰ ਰਹੇ, ਪਹਿਲੀ ਤਾਂ ਗੱਲ ਦੱਸਦੀ, ਪਰ ਸਾਡੀ ਨਜ਼ਰੀਆ ਹੀ ਇਦਾਂ ਹੀ, ਅਸੀਂ ਹਰੇਕ ਚੀਜ਼ ਚੋਂ ਪੋਜ਼ਿਟਿਵ ਚੀਜ਼ ਲੱਭਦੇ ਹਾਂ। ਹੁਣ ਜਿਵੇਂ ਸੀਮਾ ਤਪਾਰੀਆ, ਮੈਚ ਮੇਕਿੰਗ ਹੋਣੀ ਚਾਹੀਦੀ, ਅਰੇਂਜ ਮੈਰਿਜ, ਲਵ ਮੈਰਿਜ, ਇਹ ਕਲਚਰ ਦੇ ਵਿੱਚ ਪੁਰਾਣਾ ਬਹੁਤ, ਹੁਣ ਉਹਦੇ ਵਿੱਚ ਦਿਖਾਉਂਦੇ ਵੀ ਨਹੀਂ, ਉਹ ਸਟਾਰਟਿੰਗ ਦੇ ਵਿੱਚ ਕਪਲ ਬਿਠਾਉਂਦੇ ਨੇ ਵੀ ਅਸੀਂ, ਮੈਂ ਤਾਂ ਇੱਕ ਲੇਡੀ ਆਉਂਦੀ ਪੁਰਾਣੇ ਜ਼ਮਾਨੇ, ਮੈਂ ਤਾਂ ਕਹਿੰਦੀ ਆਪਣਾ ਹਸਬੈਂਡ ਦੇਖਿਆ ਵੀ ਨਹੀਂ ਸੀ, ਘਰਦਿਆਂ ਨੇ ਕਿਹਾ ਵਿਆਹ ਕਰਾ ਲਿਆ, ਉਹ ਰੌਂਗ ਆ। ਪਰ ਇਹਦੇ ਵਿੱਚ ਜਿਵੇਂ ਉਹ ਇਟਸ ਆਲਮੋਸਟ ਲਾਈਕ, ਕਿਸੇ ਨੇ ਕਿਹਾ ਵੀ ਸੀ ਵੀ ਜਿਵੇਂ ਹੁਣ ਕੋਈ ਐਪਸ ਨੇ ਵੀ ਉਹ matrimony.com, ਆਂਟੀ ਚਲਦੀ ਫਿਰਦੀ matrimony.com, ਹੋਰ ਕੁਝ ਨਹੀਂਗਾ। ਉਹਨਾਂ ਦਾ ਬ੍ਰੇਨ ਉਹ ਕੰਪਿਊਟਰ ਦਾ ਕੰਮ ਕਰ ਰਿਹਾ ਜਿਹੜਾ ਆਨਲਾਈਨ ਕਈ ਵਾਰ ਪ੍ਰੋਫਾਈਲ ਮੈਚ ਕਰਦੀ ਹੈ, ਉਹ ਬ੍ਰੇਨ ਦੇ ਵਿੱਚ ਆਪਣੇ ਕੰਮ ਕਰਦੀ ਹੈ ਕਿ ਹਾਂਜੀ ਇਹ ਪ੍ਰੋਫਾਈਲ ਇੱਥੇ ਫਿੱਟ ਹੁੰਦੀ ਆ, ਇਹ ਕੁੜੀ ਉਹਦੇ ਨਾਲ ਫਿੱਟ ਹੁੰਦੀ ਆ। ਐਂਡ ਜਿਹੜੇ ਕੁਰੈਤੀਆਂ ਨੇ ਉਹਨਾਂ ਦੀ ਵੀ ਗੱਲ ਕਰ, ਹਾਂਜੀ ਕਈ ਜਗ੍ਹਾ ਉਹਨਾਂ ਨੇ ਇਹ ਗੱਲ ਕੀਤੀ ਵੀ ਆ, ਮਤਲਬ ਉਹਦੇ ਵਿੱਚ ਓਵਰਆਲ ਕਿ ਹਾਂ ਵੀ ਅਸੀਂ, ਸਾਡਾ ਕੰਮ ਸਿਰਫ ਮਿਲਾਉਣਾ ਆ, ਉਹਨਾਂ ਨੇ ਕਰਨਾ ਨਹੀਂ, ਗਾਹਾਂ ਹੋਣਾ ਨਾ, ਪਹਿਲੀ ਮੀਟਿੰਗ ਫਿੱਟ ਕਰਨੀ ਹੈ, ਗਾਹਾਂ ਜੋ ਚੀਜ਼ ਹੋਣੀ ਆ ਜਾਂ ਨਹੀਂ ਹੋਣੀ ਹੈ। ਇਸ ਕਰਕੇ ਉਹਨਾਂ ਦਾ ਬਿਜ਼ਨਸ ਮੇਰੇ ਖਿਆਲ ਚ ਮੈਚ ਮੇਕਿੰਗ ਬਹੁਤ ਟਿਪੀਕਲ ਉਹਨਾਂ ਨੇ ਉੱਥੇ ਤੱਕ ਹੀ ਰੱਖਿਆ ਹੋਇਆ ਲਿਟਰਲ, ਬਾਕੀ ਗਾਹਾਂ ਜੋ ਹੁੰਦਾ ਦੈਟਸ ਅਪ ਟੂ ਥਿੰਗ। ਚਾਹ ਤਾਂ ਪੀ ਲਾਂ, ਚਾਹ ਯੈਸ, ਅੱਗੇ ਵੀ ਤੋਰੀ ਆਪਾਂ ਨੇ 20 ਮਿੰਟ ਦਾ ਹੋਣਾ ਹੈ। ਲਓ ਜੀ ਨੈਕਸਟ ਬੰਦਾ ਜਿਹੜਾ ਦਿਖਾਈਏ, ਨੈਕਸਟ ਜਿਹੜਾ ਸਾਨੂੰ ਵਧੀਆ ਲੱਗਿਆ ਕੈਰੈਕਟਰ, ਉਹਦੇ ਵਿੱਚ ਕੈਰੈਕਟਰ ਪਹਿਲੇ ਐਪੀਸੋਡ ਚ ਆਇਆ। ਹਾਂਜੀ, ਆ ਮੁੰਡਾ ਹੈਗਾ ਆਕਾਸ਼, ਹਾਂਜੀ, ਤੇ ਨਾਲ ਹੈਗੀ ਆਕਾਸ਼ ਦੀ ਮੰਮੀ। ਹਾਂਜੀ, ਆਕਾਸ਼ ਦੀ ਮੰਮੀ, ਜਾਂ ਤੁਸੀਂ ਕਹ ਲਓ ਵੀ ਆਕਾਸ਼ ਦੀ ਮੰਮੀ ਦਾ ਮੁੰਡਾ ਇਹ। ਹਾਂਜੀ, ਉਹਨੇ ਪਤਾ ਲੱਗ ਗਿਆ ਐਕਚੁਅਲੀ ਸਟਾਰਟ ਹੀ, ਮਤਲਬ ਐਪੀਸੋਡ ਇੱਥੋਂ ਹੀ ਹੁੰਦਾ ਆ, ਸਪੋਇਲਰ। ਹਾਂਜੀ, ਤੇ ਹਾਂਜੀ ਇਹਨਾਂ ਬਾਰੇ, ਇਹਨਾਂ ਚੋਂ ਕੀ ਪੋਜ਼ਿਟਿਵ ਲੱਭਿਆ? ਇਹਦੇ ਤੇ ਦੇਖੋ ਪੋਜ਼ਿਟਿਵ ਹਰ ਚੀਜ਼ ਚ ਹੁੰਦਾ ਆ। ਇਹਦੇ ਤੇ ਪੋਜ਼ਿਟਿਵ ਇਹ ਸੀਗਾ ਕਿ ਮੁੰਡਾ ਜਿਹੜਾ ਆ ਆਪਣੀ ਮਮ ਤੇ ਬਹੁਤ ਟਰਸਟ ਕਰਦਾ ਤੇ ਬਹੁਤ ਉਹਨੂੰ ਵਿਸ਼ਵਾਸ ਹੁੰਦਾ ਕਿ ਹਾਂ ਵੀ ਅੱਜ ਤੱਕ ਜੋ ਡਿਸੀਜਨ ਮੇਰੀ ਮਦਰ ਨੇ ਮੇਰੇ ਲਈ ਲਿੱਤੇ ਆ ਵੀ ਉਹ ਸਹੀ ਲਿੱਤੇ ਆ, ਤੇ ਗਾਹਾਂ ਵੀ ਹੋ ਸਕਦਾ ਸਹੀ ਲੈਣ। ਪਰ ਇਹਦੇ ਵਿੱਚ ਨਹੀਂ, ਟੂ ਬੀ ਓਨੈਸਟ, ਇਹਦੇ ਵਿੱਚ ਜੇ ਆਪਾਂ ਦੇਖਣਾ ਵੀ ਚਾਹੀਏ ਸਿਰਫ ਆਹੀ ਸੀਗਾ, ਟੂ ਬੀ ਓਨੈਸਟ। ਹਾਂਜੀ, ਆਈ ਥਿੰਕ ਕਿ ਇਹਦੇ ਵਿੱਚ ਬੜਾ ਇਹ ਗਲਤ ਆ ਚੀਜ਼ ਜਿਹੜੀ ਆ ਉਹਨਾਂ ਨੇ ਦਿਖਾਈ ਇਹਦੇ ਵਿੱਚ, ਵੀ ਉਹ ਮੰਮੀ ਕਹਿੰਦੀ ਹੈ ਮੇਰੇ ਮੁੰਡੇ ਨੂੰ ਮੈਂ ਦਸੰਬਰ ਤੱਕ ਵਿਆਹ ਕਰਾਉਣਾ ਹੀ ਕਰਾਉਣਾ, ਉਹ ਜਿਵੇਂ ਵੀ ਗੱਡੀ ਖਰੀਦਣੀ ਆ, ਰਾਈਟ, ਜਾਂ ਹੁਣ ਤੱਕ ਨਹੀਂ ਹੋਇਆ, ਤੇ ਉਹ ਐਸਪੈਕਟ ਗਲਤ ਆ। ਤੇ ਸੀਮਾ ਆਈ ਥਿੰਕ ਕਹਿੰਦੀ ਵੀ ਆਂਟੀ ਵੀ ਕਿੱਦਾਂ ਥੋੜੀ ਹੁੰਦਾ ਵੀ ਉਹ ਤਾਂ ਜਦੋਂ ਲਿਖਿਆ ਉਦੋਂ ਹੀ ਹੋਣਾ, ਪਰ ਜਿਹੜਾ ਉਹਦਾ ਮੁੰਡਾ ਉਹ ਜਮਾ ਹੀ ਨਹੀਂ ਬੋਲਦਾ, ਉਹ ਕਹਿੰਦਾ ਜਿਵੇਂ ਮੰਮੀ ਕਹੂਗੀ। ਉਹ ਸਗੋਂ ਕਹਿੰਦਾ ਇੰਟਰਨੈਟ ਤੇ ਮੇਮੇ ਵੀ ਚੱਲ ਪਏ, ਮੇਮ ਵੀ ਚੱਲ ਪਏ, ਉਹ ਕਹਿੰਦਾ ਵੀ ਕੀ ਮੇਮ ਚੱਲਿਆ ਸੀਗਾ ਵੀ ਤੂੰ ਮੁਝੇ मेरी माँ जैसी वाइफ चाहिए, भी माँ ही वाइफ, इतना ही नहीं कि कंफ्यूज करता। ते टिपिकल ਜਿਹੜਾ ਜੋ ਮਤਲਬ ਕੁਆਲਿਟੀਜ਼ ਮੇਰੀ ਮਮ में है, मुझे अपनी वाइफ में वही देखनी है। ਤੇ ਜਿਹੜੀ ਵੀ ਭਾਈ ਆ ਆਂਟੀ ਦੇ ਘਰੇ ਆਊਗੀ ਵਿਚਾਰੀ ਪਛਤਾਊਗੀ, ਇਹ ਦੇਖਣ ਨੂੰ ਲੱਗਦਾ। ਹਾਂ, ਦੇਖਣ ਨੂੰ ਲੱਗਦਾ, ਕਿਉਂਕਿ ਕਈ ਵਾਰ ਇਹ ਹੁੰਦਾ ਕਿ ਜਿਵੇਂ ਅਸੀਂ ਹੁਣ ਜਿਵੇਂ ਆਂਟੀ ਨੇ ਵਿਆਹ ਕਰਾਉਣਾ ਮੁੰਡੇ ਨਾਲ, ਜਿਵੇਂ ਅਸੀਂ ਕਿਤੇ ਸ਼ਾਪਿੰਗ ਕਰਨ ਜਾਈਏ, ਇਲੈਕਟ੍ਰੋਨਿਕ ਸਟੋਰ ਤੇ ਜਾਈਏ, ਅਸੀਂ ਕਹਿੰਦੇ ਸਾਨੂੰ ਤਾਂ ਇਹ ਮਾਡਲ ਪਸੰਦ ਆ, ਤੇ ਦੁਕਾਨ ਵਾਲਾ ਕਹਿੰਦਾ ਜੀ ਨਹੀਂ ਹਲੇ ਇਹ ਮਾਡਲ ਆਇਆ ਨਹੀਂ ਹੈ, ਫਿਰ ਆਊਟ ਆਫ ਸਟਾਕ ਹੈ, ਉਹ ਕਹਿੰਦੇ ਨਹੀਂ ਜੀ ਸਾਨੂੰ ਤਾਂ ਇਹ ਡੈਡਲਾਈਨ ਤੋਂ ਪਹਿਲਾਂ ਸਾਡੇ ਘਰ 'ਚ ਇੰਸਟਾਲ ਚਾਹੀਦਾ। ਉਦਾਂ ਲਿਟਰਲੀ ਉਦਾਂ ਹੀ ਲੱਗ ਰਿਹਾ, ਸੋਸ਼ਲਾਈਟ। ਜਦੋਂ ਸੀਮਾ ਆਂਟੀ ਆਈ ਸੀ ਲੱਗਦਾ ਸੀ ਵੀ ਇਹਦੇ ਵਰਗੀ ਹੋਊਗੀ, ਬਟ ਸੀਮਾ ਆਂਟੀ ਹੋਰ ਤਰ੍ਹਾਂ ਦੀ ਆ, ਇਹ ਉਹਦੇ ਵਰਗੇ ਜਿੱਦਾਂ ਸੀਮਾ ਆਂਟੀ ਲੱਗਦੀ। ਹਾਂਜੀ ਹਾਂਜੀ, ਸੋ ਇਹਦੇ ਬਾਰੇ ਵੀ ਆਪਣੇ ਵਿਚਾਰ ਦਿਓ ਵੀ ਆਕਾਸ਼ ਤੇ ਉਹਦੀ ਮੰਮੀ ਬਾਰੇ ਵੀ ਤੁਸੀਂ ਕੀ ਸੋਚਿਆ ਐਪੀਸੋਡ ਦੇਖ ਕੇ, ਵੀ ਇਦਾਂ ਦਾ ਹੋਣਾ ਚਾਹੀਦਾ ਕਿ ਮਾਂ ਨੂੰ ਇੰਨੀ ਇੰਟਰਫੀਅਰੈਂਸ ਕਰਨੀ ਚਾਹੀਦੀ ਹੈ ਕਿ ਨਹੀਂ ਮੁੰਡੇ ਦੀ ਲਾਈਫ 'ਚ? ਹਾਂਜੀ, ਨਹੀਂ ਇੰਟਰਫੀਅਰੈਂਸ ਹੋਣੀ ਚਾਹੀਦੀ, ਇੱਕ ਬੈਲੈਂਸ ਹੋਣਾ ਚਾਹੀਦਾ। ਔਰ ਵੈਸੇ ਵੀ ਮੇਰੇ ਖਿਆਲ 'ਚ ਦੋਨਾਂ ਨੂੰ, ਕਿਉਂਕਿ ਡਿਸੀਜਨ ਜਿਹੜਾ ਆ ਉਹ ਮੇਨ ਮੁੰਡੇ ਦਾ ਆ, ਉਹਨੇ ਆਪਣੀ ਲਾਈਫ ਕੱਟਣੀ ਆ। ਉਹਨਾਂ ਨੂੰ ਕਿਉਂ, ਬਾਪੂ ਵੀ ਆ, ਇਹ ਤਾਂ ਸਾਰਿਆਂ ਦਾ ਮਤਲਬ ਫੈਮਿਲੀ ਦਾ। ਔਰ ਮੇਰੇ ਖਿਆਲ 'ਚ ਇੱਕ ਹੋਰ ਚੀਜ਼ ਕਿ ਪ੍ਰੈਸ਼ਰ ਨਹੀਂ ਹੋਣਾ ਚਾਹੀਦਾ ਕਿ ਹਾਂਜੀ ਇਹ ਦਸੰਬਰ ਤੱਕ ਹੋਣੀ ਚਾਹੀਦੀ ਹੈ, ਜਾਂ ਮੈਂ ਚਾਹੁੰਦੀ ਹਾਂ ਕਿ ਇੱਥੇ ਹੀ ਹੋਵੇ। ਠੀਕ ਹੈ, ਥੋੜਾ ਜਿਹਾ ਪੋਲਾਈਟਲੀ ਆਪਣੇ ਬੱਚਿਆਂ ਨੂੰ ਹਰ ਕੋਈ ਚਾਹੁੰਦਾ ਹੈ, ਪੁਸ਼ ਕਰਦਾ ਆ, ਪਰ ਏਦਾਂ ਨਹੀਂ, ਮਤਲਬ ਸਟ੍ਰਿਕਟ। ਮੈਨੂੰ ਲੱਗਦਾ ਕਿ ਉਹ ਪ੍ਰੈਸ਼ਰ ਥੋੜਾ ਜ਼ਿਆਦਾ ਸੀਗਾ। ਹਾਂ, ਓਕੇ ਜੀ, ਨੈਕਸਟ ਕਰੈਕਟਰ ਆਉਂਦਾ ਆ, ਮੈਂ ਤੁਹਾਨੂੰ ਦਿਖਾਦਾ। ਮੈਨੂੰ ਮੇਰਾ ਫੇਵਰਿਟ ਕਰੈਕਟਰ ਬਣ ਗਿਆ ਇਹ। ਹਾਂਜੀ, ਇਹ ਹੈਗਾ ਨਾਡੀਆ। ਐਕਚੁਅਲੀ ਮੈਨੂੰ ਵੀ ਬਹੁਤ ਵਧੀਆ ਲੱਗਦੀ ਹੈ ਨਾਡੀਆ। ਇਹ ਟਿਪੀਕਲ ਜਿਵੇਂ ਅਮਰੀਕਾ ਦੇ ਵਿੱਚ ਬੋਰਨ ਆ, ਤੇ ਇਹਦੀ ਹੈਰੀਟੇਜ ਡਿਫਰੈਂਟ ਹੈ, ਗਾਇਨਾ ਕੰਟਰੀ ਆ, ਉੱਥੋਂ ਦੇ ਇੰਡੀਅਨ ਜਿਹੜੇ ਗਏ ਹੋਏ ਸੀ ਉੱਥੋਂ ਆਏ ਨੇ, ਤੇ ਇਹ ਬਹੁਤ ਹੀ ਵਧੀਆ ਸੋਸ਼ਲ ਇਸ਼ੂ ਹਾਈਲਾਈਟ ਕਰਦੇ ਨੇ। ਸਿੰਪਲ ਕਰ, ਤੂੰ ਤਾਂ ਕੁਝ ਹੋਰ ਕਹਿਣ ਲੱਗੀ? ਮੈਂ ਕਹਿਣ ਲੱਗੀ ਸੀ ਇਹ ਕੁੜੀ ਜਿਹੜੀ ਆ ਸਿੰਪਲ ਆ, ਹਾਂ ਸਿੰਪਲ ਆ, ਔਰ ਮੇਰੇ ਖਿਆਲ ਚ ਡਾਊਨ ਟੂ ਅਰਥ ਜਿਹੜਾ ਕਹਿੰਦੇ ਨਾ, ਬਾਲੀ ਭਰੋਸੇ ਜੋ ਹਰੇਕ ਤੇ ਭਰੋਸਾ ਕਰਦੇ। ਹਾਂ, ਉਹ ਆ। ਤੇ ਇਹਦੀ ਪ੍ਰੋਬਲਮ ਕੀ ਦਿਖਾਈ ਉਹਨਾਂ ਨੇ ਵੀ ਜਿਵੇਂ ਵੀ ਉਹ ਵਿਚਾਰੇ, ਉਹਨੂੰ ਜੇ ਮੁੰਡਾ ਮਿਲਦਾ ਵੀ ਹੈ ਕੋਈ, ਜਾਂ ਰਿਸ਼ਤੇ ਤੱਕ ਗੱਲ ਪਹੁੰਚਦੀ ਹੈ, ਤਾਂ ਉਹ ਗਾਇਨਾ ਤੋਂ ਆ, ਜਿਵੇਂ ਕਹ ਲਓ ਵੀ ਇੱਕ ਅਫਰੀਕਾ ਦੀ ਕੰਟਰੀ ਆ ਉਹ, ਤੇ ਅਫਰੀਕਨ ਕੰਟਰੀ, ਤੇ ਉਹ ਜਿਹਨੂੰ ਵੀ ਦੱਸਦੀ ਆ ਬਾਕੀ ਨੂੰ ਜਿਹੜੇ ਆਪਣੇ ਇੰਡੀਆ ਦੇ ਵਿੱਚ ਨੇ, ਅਮਰੀਕਨ ਇੰਡੀਆ ਦੇ ਵਿੱਚ ਰਹਿੰਦੇ 3 ਜਨਰੇਸ਼ਨ ਤੋਂ, ਯਾਨੀ ਕਿ ਉਹ ਅਮਰੀਕਨ ਇੰਡੀਅਨ ਨੇ ਹੁਣ ਕਹਿ ਲਓ, ਉਹ ਆਬਜੈਕਟ ਕਰ ਦਿੰਦੇ ਨੇ ਵੀ ਅੱਛਾ ਚੱਲ ਗਾਇਨਾ ਆ, ਵੀ ਗਾਇਨੀਜ਼ ਦਾ ਕਲਚਰ ਹੋਰ ਕਿੱਦਾਂ। ਇੱਥੇ ਉਹ ਪੈਂਦੀ ਆ ਵੀ ਹਾਂ ਤੁਸੀਂ ਪੰਜਾਬ ਵਰਸਸ ਦਿੱਲੀ, ਜਾਂ ਦਿੱਲੀ ਵਰਸਸ ਕੇਰਲਾ,
ਜਾਂ ਉਹ ਜਿਹੜੀ ਆਪਾਂ ਫੇਸ ਕਰਦੇ ਨਾ ਚੀਜ਼, ਇਹ ਉਸ ਲੈਵਲ ਤੇ ਮੈਂ ਬੜਾ ਸ਼ੌਕ ਹੋਇਆ ਵੀ ਅਮਰੀਕਨ ਇੰਡੀਅਨ ਵੀ ਉੱਥੇ ਰਹਿ ਕੇ ਵੀ ਜਿਹੜੇ ਉਹਨਾਂ ਨੂੰ ਬੰਦੇ ਮਿਲਦੇ ਨੇ ਇੰਡੀਅਨ ਮੂਲ ਦੇ, ਤੇ ਜਦੋਂ ਵਿਚਾਰੀ ਦੱਸਦੀ ਹੈ ਮੈਂ ਗਾਇਨੀਜ਼ ਆ, ਤਾਂ ਉਹ ਜਦੇ ਭੱਜ ਜਾਂਦੇ ਨੇ। ਹਾਂਜੀ, ਇਟਸ ਲਾਈਕ ਬਾਹਰ ਜਾ ਕੇ ਵੀ ਥੋੜਾ ਜਿਹਾ ਆਪਣਾ, ਜੇ ਅਸੀਂ ਬਾਹਰ ਨਿਕਲਦੇ ਹਾਂ ਫਿਜ਼ੀਕਲੀ, ਸਾਨੂੰ ਆਪਣੇ ਦਿਮਾਗ ਨੂੰ ਵੀ ਮੈਂਟਲੀ ਬਾਹਰ ਕੱਢਣਾ ਚਾਹੀਦਾ। ਇਹ ਸਾਰੀ ਉਹਦੀ ਸਟਰਗਲ ਵਿਚਾਰੀ ਦੀ ਇੱਥੋਂ ਪਤਾ। ਹਾਂਜੀ, ਕਿਉਂਕਿ ਉਹ ਮਤਲਬ ਇਨ ਟਰਮਸ ਆਫ ਹਰ ਗੱਲ ਕਰਨ ਦਾ ਤਰੀਕਾ, ਇਨ ਟਰਮਸ ਆਫ ਪੋਲਾਈਟਨੈਸ, ਉਹ ਸਾਰੀ ਚੀਜ਼ਾਂ ਦੇ ਵਿੱਚ ਬਹੁਤ ਮਤਲਬ ਤੁਸੀਂ ਉਹਦੇ ਕੈਰੈਕਟਰ ਨਾਲ ਬਹੁਤ ਸਿੰਪੈਥੀ ਕਰਨ ਲੱਗ ਜਾਂਦੇ ਹੋ ਇੱਕ ਪੁਆਇੰਟ ਤੇ ਜਾ ਕੇ, ਤੇ ਤੇ ਉਹ ਸਿੰਪੈਥੀ ਕਰਨ ਲੱਗ ਜਾਂਦੇ ਕਿ ਹਾਂਜੀ ਮਤਲਬ ਇੰਨਾ ਪਿਆਰਾ ਕੋਈ ਬੰਦਾ ਹੈਗਾ ਆ, ਜਿਵੇਂ ਸਮਾਈਲ ਕਰਦੀ ਹੈ ਹਮੇਸ਼ਾ, ਔਰ ਬਹੁਤ ਓਪਨ ਰਹਿੰਦੀ ਹੈ, ਔਰ ਬਹੁਤ ਅਪਫਰੰਟ ਹੋ ਕੇ ਸਾਰੇ ਨੂੰ ਮਿਲਦੀ ਆ। ਹਾਂਜੀ, ਸੋਲ ਮਤਲਬ ਨਜ਼ਰ ਆਉਂਦੀ ਹੈ ਤੁਹਾਨੂੰ ਕਿ ਕਿੰਨੀ ਕਲੀਨ ਸੋਲ ਆ। ਪਰ ਅਸੀਂ ਜਦੋਂ ਆਪਣੀ ਸਟੋਰੀ ਦੱਸਦੀ ਹੈ ਕਿ ਹਾਂ ਵੀ ਮੇਰੀ ਸੋਲ ਨੂੰ ਕੋਈ ਨਹੀਂ ਦੇਖਦਾ, ਮੇਰੇ ਪਿਛੋਕੜ ਨੂੰ ਦੇਖਦੇ ਨੇ, ਜਿਹੜਾ ਉਹ ਵਿਚਾਰੇ ਫਾਲਟ ਵੀ ਨਹੀਂ ਕੋਈ। ਸਹੀ ਗੱਲ ਕਹਿੰਦੀ ਪਰ ਉਹ ਚੀਜ਼ ਮੇਰੇ ਨਾਲ ਹਲੇ ਜੁੜੀ ਹੋਈ ਹੈ, ਜਿਹੜੀ ਅਸੀਂ ਸਾਨੂੰ ਐਕਚੁਅਲੀ ਪ੍ਰਾਊਡ ਹੋਣਾ ਚਾਹੀਦਾ ਕਿ ਕਿਸੇ ਦੀ ਹੈਰੀਟੇਜ ਉਹ ਮਤਲਬ ਇੰਨਾ ਜ਼ਿਆਦਾ ਉਹ ਕਰਦੇ ਨੇ। ਉਹ ਉਲਟਾ ਉਹਦੇ ਤੇ ਬਾੜੀ ਪੈ ਜਾਂਦੀ ਹੈ ਕਿ ਨਹੀਂ ਜੀ ਤੁਸੀਂ ਉੱਥੋਂ ਇਸ ਕਰਕੇ ਤੁਸੀਂ ਨਹੀਂ ਸਾਡੇ ਲਈ ਫਿੱਟ ਨਹੀਂ ਹੋਗੇ, ਜਾਂ ਮੇਰੀ ਫੈਮਿਲੀ ਤੁਹਾਨੂੰ ਪਸੰਦ ਨਹੀਂ ਕਰੂਗੀ। ਤੇ ਉਹ ਇੱਕ ਜਿਹੜਾ ਹੋਰ ਜਿਹੜੀ ਚੀਜ਼ ਨਾਡੀਆ ਦੀ ਮੈਨੂੰ ਵਧੀਆ ਲੱਗੀ ਤੇ ਸੀਮਾ ਤਪਾਰੀਆ ਦੀ ਵਧੀਆ ਲੱਗੀ ਵੀ ਉਹਨੇ ਐਕਨੋਲਜ ਕੀਤਾ ਵੀ ਹਾਂ, ਤੇ ਉਹਨੇ ਸਿੱਧਾ ਉਹਨੂੰ ਕਹਿਤਾ ਐਪੀਸੋਡ ਦੇ ਵਿੱਚ, ਸੀਮਾ ਆਂਟੀ ਸਿੱਧਾ ਕਹਿੰਦੇ ਵੀ ਗੱਲ ਸੁਣ, ਤੈਨੂੰ ਪ੍ਰੋਬਲਮ ਆਉਣੀ ਹੈ ਕਿਉਂਕਿ ਜਿਹੜੇ ਸਾਡੇ ਇੰਡੀਅਨ ਨੇ ਨਾ, ਇਹ ਇੰਡੀਅਨ ਹੀ ਚਾਹੁੰਦੇ ਨੇ, ਇਹ ਬਾਹਰ ਤਾਂ ਜਾਂਦੇ ਨਹੀਂ। ਤੇ ਸਾਡੇ ਹੁਣ ਜਿਵੇਂ ਨਿਊਜ਼ੀਲੈਂਡ ਅਸੀਂ ਰਹਿੰਦੇ ਸੀ, ਉੱਥੇ ਵੀ ਜੇ ਕੋਈ ਪੰਜਾਬੀ ਜਾਂ ਫੀਜੀ ਇੰਡੀਅਨ ਕੁੜੀ ਹੁੰਦੀ ਸੀ, ਜਾਂ ਫੀਜੀ ਇੰਡੀਅਨ ਮੁੰਡਾ ਹੁੰਦਾ ਸੀ ਪੰਜਾਬੀ ਕੁੜੀ, ਤੇ ਭਾਵੇਂ ਪੰਜਾਬੀ ਹੋਣ ਕਿ ਸਰਦਾਰ, ਆਪਣੇ ਵਰਗੇ ਸਰਦਾਰ, ਪਰ ਫੀਜੀ ਤੇ ਉਹਨਾਂ ਦਾ ਸਾਰੇ ਉਹਨਾਂ ਨੂੰ ਕਹਿੰਦੇ ਸੀਗੇ ਵੀ ਫੀਜੀ ਵਾਲੇ ਨੇ। ਲਾਈਕ ਉਹ ਜਿਹੜਾ ਵਿਤਕਰਾ ਨਾ, ਉਹ ਮੈਨੂੰ ਬੜਾ ਹਿੱਟ ਕੀਤਾ ਹੈ ਵੀ ਇਹ ਮੈਂ ਦੇਖਿਆ ਹੋਇਆ। ਸੋ ਦਿਸ ਇਜ਼ ਰੋਂਗ, ਬਟ ਚਲੋ ਹਾਈਲਾਈਟ ਕੀਤਾ ਇਹਨਾਂ ਨੇ। ਹਾਂਜੀ, ਐਂਡ ਆਈ ਥਿੰਕ ਇਹ ਇਕੱਲੇ ਬਾਹਰ ਵਾਲੇ ਲੋਕਾਂ ਦੇ ਨਹੀਂ, ਜਿਵੇਂ ਅਸੀਂ ਉਹ ਨਹੀਂ ਕਰਦੇ, ਅਸੀਂ ਇੰਡੀਆ 'ਚ ਵੀ ਕਈ ਵਾਰ ਮੈਂ ਦੇਖਿਆ ਕਿ ਕਈ ਵਾਰੀ ਆਪਾਂ ਹਿਚਕ ਜਾਂਦੇ ਹਾਂ ਕਿ ਹਾਂਜੀ ਅਸੀਂ ਦਿੱਲੀ ਤੋਂ ਆ, ਜਾਂ ਉਹ ਪੰਜਾਬ ਤੋਂ ਆ, ਜਾਂ ਫਿਰ ਉਹ ਬੰਬੇ ਦੀ ਕੁੜੀ ਆ, ਜਾਂ ਉਹ ਮੁੰਡਾ ਇੱਥੇ ਦਾ ਹੈ, ਪਤਾ ਨਹੀਂ ਕਿੱਦਾਂ ਪਰਸੈਪਸ਼ਨ ਬਣਾਈ ਹੁੰਦੀ ਹੈ। ਹਾਂਜੀ, ਰਾਈਟ। ਤੇ ਨੈਕਸਟ ਜਿਹੜਾ ਹੈਗਾ ਕਰੈਕਟਰ ਜੀ ਪ੍ਰਦਿਉਮਨ, ਇਹ ਮਤਲਬ ਜੂਲਰ ਆ ਕਿ ਡਿਜ਼ਾਈਨਰ ਆ? ਜੂਲਰ, ਫੈਮਿਲੀ ਬਿਜ਼ਨਸ ਹੁੰਦਾ, ਫੈਮਿਲੀ ਬਿਜ਼ਨਸ ਹੁੰਦਾ ਜੂਲਰ ਦਾ। ਉਹਦਾ ਪੈਸ਼ਨ ਹੁੰਦਾ ਕਿ ਹਾਂਜੀ ਜੋ ਮੈਂ ਉਹ ਟ੍ਰੈਡੀਸ਼ਨਲ ਦੀ ਬਜਾਏ ਉਹਨੂੰ ਥੋੜਾ ਜਿਹਾ ਹੋਰ ਕਸਟਮ ਕਰਦਾ। ਇਹ ਵਿਚਾਰੇ ਨੂੰ ਦਿਲਜੀਤ ਦਸਾਂਝ ਵਾਲੀ ਬਿਮਾਰੀ ਆ, ਅੰਗਰੇਜ਼ੀ ਬੋਲਣ ਦੀ, ਪਤਾ ਤੈਨੂੰ ਅੰਗਰੇਜ਼ੀ ਆਉਂਦੀ ਨਹੀਂ, ਜੋ ਮਰਜ਼ੀ ਕਹੀ ਜਾਓ। ਮੈਂ ਬਹੁਤ ਘੱਟ ਮਜ਼ਾਕ ਉਡਾਉਣਾ, ਪਰ ਇਹਦਾ ਨਾ ਪੂਰਾ ਐਪੀਸੋਡ ਮੈਂ ਸੀਜ਼ਨ ਦੇਖ ਲਿਆ, ਸੋ ਮੈਨੂੰ ਖਿੱਚੜੀ ਪਈ ਹੈ ਇਹਦੇ। 150 ਤੋਂ ਵੱਧ ਕੁੜੀਆਂ ਰਿਜੈਕਟ ਕਰਿਆ ਵੀ ਦੱਸ ਕਿੱਧਰੋਂ ਤੂੰ ਰਿਤਿਕ ਰੋਸ਼ਨ ਭਲਾ ਇਹਨੂੰ ਪੁੱਛ ਲੈਣਾ ਹੋਵੇ। ਨਹੀਂ, ਗੱਲ ਉਹ ਰਿਤਿਕ ਰੋਸ਼ਨ ਦੀ ਮੇਰੀ ਗੱਲ ਇਹ ਹੈਗਾ ਕਿ ਹਾਂ ਵੀ ਦੇਖ ਸਕਦੇ ਤੁਸੀਂ, ਠੀਕ ਹੈ ਤੁਹਾਨੂੰ ਨਹੀਂ ਮੈਚ ਕਰਦਾ, ਪਰ ਫਿਰ ਤੁਸੀਂ ਇਹ ਲਾਈਨ 'ਚ ਪਾਓ ਨਾ ਕਿ ਤੁਹਾਨੂੰ ਮੈਚ ਮੇਕਿੰਗ ਸੂਟ ਨਹੀਂ ਕਰ ਰਹੀ। ਇਟ ਮੀਨਸ ਮੇਰੇ ਹਿਸਾਬ ਨਾਲ ਫਿਰ ਜਾਂ ਤਾਂ ਤੁਸੀਂ ਗੋ ਆਊਟ ਐਂਡ ਫਾਈਂਡ ਯੋਰਸੈਲਫ। ਜਿਹੜਾ ਅੰਬਰਾਂ ਤੋਂ ਆਇਆ ਹੋਇਆ ਬਾਂਦਰ ਹੋਣੀ। ਐਨੀਵੇਜ਼, ਚਲੋ ਆਪਾਂ ਮਜ਼ਾਕ ਨਹੀਂ ਕਰਨਾ, ਨਿਕਲ ਜਾਂਦਾ ਮਜ਼ਾਕ। ਬਾਕੀ ਗੁੱਡ ਚੀਜ਼ ਮੈਨੂੰ ਇਹਦੀ, ਇਹ ਮੁੰਡੇ ਦੀ ਇੱਕ ਲੱਗੀ ਸੀ ਸਿਰਫ, ਉਹ ਲੱਗੀ ਸੀਗੀ ਕਿ ਜਦ ਸੀਮਾ ਆਂਟੀ ਇਹਨਾਂ ਦੇ ਘਰੇ ਆਉਂਦੀ ਆ ਪੁੱਛਣ ਕਿ ਹਾਂ ਵੀ ਤੁਹਾਨੂੰ ਕਿੱਦਾਂ ਦੀ ਕੁੜੀ ਚਾਹੀਦੀ ਆ, ਉਹ ਮਤਲਬ ਕਿ ਖਾਣਾ ਬਣਾ ਕੇ ਦਿੰਦਾ। ਉਹ ਐਕਚੁਅਲੀ ਖਾਣਾ ਬਣਾ ਕੇ ਦਿੰਦਾ, ਲੈ ਕੇ ਆਉਂਦਾ, ਪਤਾ ਨਹੀਂ ਉਹ ਰੈਸਿਪੀ ਬਣਾਉਣੀ ਹੈ ਆਪਣੀ। ਹਾਂ, ਉਹਨੂੰ ਬਹੁਤ ਪੈਸ਼ਨ ਆ ਕਿ ਹਾਂ ਵੀ ਮੈਂ ਐਸੇ ਦਿਖਾਉਂਗਾ। ਤੇ ਉੱਥੇ ਐਕਚੁਅਲੀ ਆਈ ਟੇਕ ਮਾਈ ਵਰਡਸ ਬੈਕ ਵੈਨ ਆਈ ਥਿੰਕ ਅਬਾਊਟ ਇਟ, ਜਦੋਂ ਮੈਂ ਸੋਚ ਰਿਹਾ ਤਾਂ ਐਕਚੁਅਲੀ ਹਰ ਬੰਦੇ ਦੇ ਕੁਝ ਮੇਬੀ ਹਲੇ ਮੈਚੁਰ ਨਹੀਂ ਹੋਇਆ, ਸੋ ਇਹ ਮੈਨੂੰ ਨਹੀਂ ਕਹਿਣਾ ਚਾਹੀਦਾ ਉਹਨੂੰ ਜੋ ਮੈਂ ਕਿਹਾ, ਸੋ ਆਈ ਟੇਕ ਇਟ ਬੈਕ, ਵਿੱਚੇ ਕਿਹਾ ਤੇ ਵਿੱਚੇ ਵਾਪਸ ਲੈਣਾ। ਤੇ ਇੱਕ ਗੱਲ ਹੋਰ ਮੈਨੂੰ ਇਹਦੀ ਵਧੀਆ ਲੱਗੀ, ਉਹਦੇ ਨਾਲ ਤੁਸੀਂ ਮੈਨੂੰ ਦੱਸਿਓ ਕਿ ਵੀ ਤੁਸੀਂ ਐਗਰੀ ਕਰਦੇ ਹੋ, ਬਰਾਬਰ ਤਾਂ ਸੀ ਇਹਨਾਂ ਦੇ ਘਰ ਦੇ ਵਿੱਚ ਮੇਲ ਫੀਮੇਲ। ਹਾਂ ਬਈ ਤੁਸੀਂ ਐਗਰੀ ਕਰਦੇ ਹੋ ਕਿ ਨਹੀਂ ਐਗਰੀ ਕਰਦੇ, ਕਿਉਂਕਿ ਉਹਨੇ ਮੁੰਡੇ ਨੇ ਇਹ ਗੱਲ ਕਹੀ, ਕਿਉਂਕਿ ਉਹਦੇ ਜਦ ਡਿਸੀਜਨ ਬਣਾ ਰਹੇ ਸੀ ਫੈਮਿਲੀ ਵਾਲੇ, ਜਿਵੇਂ ਆਕਾਸ਼ ਦੀ ਸਿਰਫ ਮਮ ਸੀਗੀ ਉੱਥੇ ਉਹਦੇ ਡੈਡ ਦਾ ਕੋਈ ਰੋਲ ਨਹੀਂ ਦਿਖਾਇਆ ਉਹਦੀ ਲਾਈਫ ਦੇ ਵਿੱਚ। ਮਤਲਬ ਕਿਸੇ ਘਰ 'ਚ ਵੀ ਹਸਬੈਂਡ ਵਾਈਫ ਦਾ ਇਕੁਅਲ ਹੋਣਾ ਚਾਹੀਦਾ, ਨਾ ਹਸਬੈਂਡ ਨੂੰ ਪਾਸੇ ਹੋਣਾ ਚਾਹੀਦਾ, ਨਾ ਵਾਈਫ ਨੂੰ ਪਾਸੇ ਹੋਣਾ ਚਾਹੀਦਾ। ਮੇਰੇ ਹਿਸਾਬ ਨਾਲ ਏਦਾਂ ਹੋਣਾ ਚਾਹੀਦਾ। ਇਹਦੇ ਘਰ 'ਚ ਦੋਨੋਂ ਬੈਠੇ ਹੁੰਦੇ ਸੀ ਪੇਰੈਂਟਸ, ਇਹਦੇ ਈਵਨ ਸਿਸਟਰਸ ਵੀ ਬੈਠੀਆਂ ਸੀਗੀਆਂ, ਤੇ ਉਹ ਡਿਸੀਜਨ ਆਪਸ 'ਚ ਮਤਲਬ ਗੱਲ ਕਰਦੇ ਨੇ। ਮੈਂ ਭੁੱਲ ਗਿਆ ਸੀ ਆਪਾਂ ਚੰਗੀ ਚੀਜ਼ ਲੱਭਣੀ ਇਹਦੇ ਵਿੱਚ, ਆ ਚੰਗੀ ਨਹੀਂ ਫੈਮਿਲੀ ਇਕੱਠੀ ਹੈ ਡੈਫੀਨਿਟਲੀ। ਔਰ ਉਹਨੇ ਇਹ ਚੀਜ਼ ਐਂਡ ਦੇ ਵਿੱਚ ਫਿਰ ਸੀਮਾ ਆਂਟੀ ਨੂੰ ਕਹੀ ਵੀ, ਹੋ ਸਕਦਾ ਹੈ ਕਿ ਉਹ ਜੈਨੂਇਨਲੀ ਕਹਿ ਰਿਹਾ ਹੋਵੇ ਕਿ ਵੀ 150 ਕੁੜੀਆਂ ਜਿਹੜੀ ਮੈਂ ਦੇਖੀਆਂ ਵੀ ਉਹਨਾਂ ਦੇ ਵਿੱਚ ਉਹ ਇਕੁਆਲਿਟੀ, ਮੈਨੂੰ ਜਿਹੜਾ ਕ੍ਰਾਈਟੇਰੀਆ ਮੈਂ ਲੱਭ ਰਿਹਾ ਉਹ ਨਹੀਂ ਲੱਭਿਆ, ਐਂਡ ਦੈਟਸ ਅ ਪੋਸਿਬਿਲਿਟੀ। ਠੀਕ ਆ, ਮੰਨ ਲਿਆ ਇੰਨਾ ਬੜਾ ਹੀ। ਮੈਨੂੰ ਐਂਡ ਇੱਕ ਗੱਲ ਮੈਂ ਇਹ ਕਹਿਣਾ ਚਾਹੁੰਦੀ ਸੀ ਕਿ ਵੀ ਉਹ ਇਹ ਕਹਿੰਦਾ ਹੈ ਕਿ ਵੀ ਜਿਹੜੀ ਕੁੜੀ ਮੈਨੂੰ ਲੱਭਣੀ ਹੈ ਸੀਮਾ ਆਂਟੀ, ਤੁਸੀਂ ਉਹ ਲੱਭੋ ਵੀ ਉਹ ਸਾਡੀ ਫੈਮਿਲੀ ਦੇ ਨਾਲ ਮੈਚ ਕਰ ਸਕੇ, ਐਡਜਸਟ ਕਰ ਸਕੇ। ਇੰਪੋਰਟੈਂਟ ਵੈਲਿਊ ਸੀ। ਹਾਂ, ਇੰਪੋਰਟੈਂਟ ਕਈ ਚੀਜ਼ਾਂ ਉਹਨਾਂ ਨੇ ਜਿਹੜੀ ਕਹੀਆਂ।
ਚਲੋ ਜੀ, ਤੇ ਲਾਸਟ ਬਟ ਨਾਟ ਲੀਸਟ, ਇਹ ਤੋਂ ਬਾਅਦ ਆਪਾਂ ਬੰਦ ਕਰ ਲੈਣਾ। ਹੁਣ ਕਮੈਂਟ ਤੁਸੀਂ ਹਰੇਕ ਕਰੈਕਟਰ ਤੇ ਕਰਨਾ, ਪ੍ਰਦਿਊਮਨ ਤੇ, ਆਕਾਸ਼ ਤੇ ਉਹਦੀ ਮੰਮੀ ਤੇ, ਸੀਮਾ ਆਂਟੀ ਤੇ ਉਸ ਤੋਂ ਪਹਿਲਾਂ ਸੀਗਾ ਆਪਣਾ ਨਾਰੀਆ ਤੇ। ਹਾਂਜੀ ਠੀਕ ਹੈ ਜੀ, ਓਕੇ ਜੀ। ਲਾਸਟ ਬਟ ਨਾਟ ਲੀਸਟ ਤੇ ਆ ਹੈਗੇ ਅਪਰਨਾ ਤੇ ਇਹ ਤੁਸੀਂ ਦੇਖਿਆ ਹੋਣਾ ਵੀ ਕਾਫੀ ਮੇਮਸ ਬਣੇ ਇੰਟਰਨੈਟ ਤੇ ਵੀ, ਜੇ 2020 ਕਰੋਨਾ ਦਾ ਫੇਸ ਹੁੰਦਾ ਤਾਂ ਇਹਦਾ ਹੋਣਾ ਸੀ। ਥੋੜੇ ਜਿਹੇ ਕਰੂਲ ਆ, ਉਹ ਗਲਤ ਆ। ਪਹਿਲੇ ਐਪੀਸੋਡ ਦੇ ਵਿੱਚ ਲੱਗਦਾ ਵੀ ਹਾਂ ਥੋੜੀ ਜਿਹੀ ਇਹ ਉਹ ਆ, ਪਰ ਕਿਤੇ ਨਾ ਕਿਤੇ ਮੈਂ ਸੋਚਦਾ ਆਪਾਂ ਹੁਣ ਅਪਰਨਾ ਬਾਰੇ ਗੱਲ ਕਰੀਏ, ਕਾਫੀ ਲੋਕੀ ਖਿਲਾਫ ਸੀ ਅਪਰਨਾ ਦੇ ਵੀ, ਹਾਏ ਕਿੰਨੀ ਆਕੜ ਵਾਲੀ ਆ, ਕਿੰਨੀ ਇਹ ਵਾਲੀ ਆ। ਹੁਣ ਪ੍ਰਦੂਮਨ ਦੇ ਵਿੱਚ ਵੀ ਆਕੜ ਆ ਵੀ ਮੈਂ 150 ਕੁੜੀ ਰਿਫਿਊਜ਼ ਕਰਤੀ, ਉਹਨੇ ਥੋੜਾ ਜਿਹਾ ਸ਼ੂਗਰ ਕੋਟ ਕਰਤਾ, ਉਹ ਰੋਟੀ ਖਿਲਾ ਦਿੰਦਾ ਤਾਂ ਆਪਾਂ ਕਹਿੰਦੇ ਵਧੀਆ ਗੱਲ ਆ। ਇਹ ਵਿਚਾਰੀ ਸਿੱਧਾ ਠਾਹ ਸੁੱਟੇ ਵਾਂਗੂ ਚੱਲਦੀ ਆ, ਪੰਜਾਬੀਆਂ ਵਾਂਗੂ, ਤਾਂ ਇਹਨੂੰ ਸਾਰੀ ਦੁਨੀਆ ਇਹਦੇ ਮਗਰ ਪੈ ਗਈ ਵੀ ਇਹ ਸ਼ੋਰ ਆ ਵੀ ਇਹਨੂੰ ਕੀ ਚਾਹੀਦਾ। ਚਾਹੇ ਉਹ ਫਨ ਲਵਿੰਗ ਨਹੀਂ ਹੈਗੀ, ਉਹ ਕਹਿੰਦੀ ਮੈਨੂੰ ਨਹੀਂ ਫਨ ਚਾਹੀਦਾ ਨੇ, ਐਟਲੀਸਟ ਉਹਨੂੰ ਪਤਾ ਤਾਂ ਹੈਗਾ ਮੈਨੂੰ ਚਾਹੀਦਾ, ਐਟਲੀਸਟ ਉਹ ਆਪਣੇ ਆਪ ਨੂੰ ਬਿਲਕੁਲ ਆਊਟ ਦੇਅਰ ਕਲੀਨ ਚਿੱਟ ਦਿਖਾ ਰਹੀ ਹੈ ਕਿ ਮੈਂ ਇਦਾਂ ਦੀ ਹੈਗੀ ਆ, ਜਿਹਨੂੰ ਮੈਂ ਪਸੰਦ ਆ ਉਹ ਆ ਸਕਦਾ ਹੈ, ਜਿਹਨੂੰ ਮੈਂ ਨਹੀਂ ਪਸੰਦ ਵੀ ਤੁਸੀਂ ਆਪਣੇ ਆਪ ਦੇਖ ਲਓ। ਤੇ ਕਿਤੇ ਨਾ ਕਿਤੇ ਦੁਨੀਆ ਦਾ ਰੂਲ ਆ ਵੀ ਸੱਚੇ ਬੰਦੇ ਨੂੰ ਥੱਲੇ ਸਿੱਟਦੇ ਨੇ, ਜਿਹੜਾ ਕੋਰਾ ਹੁੰਦਾ ਉਹਨੂੰ ਥੱਲੇ ਸਿੱਟਦੇ ਨੇ, ਉਹਦਾ ਮਖੌਲ ਰਹਿ ਜਾਂਦਾ। ਜਿਹੜੇ ਸ਼ੂਗਰ ਕੋਟ ਵਾਲੇ ਹੁੰਦੇ ਨੇ ਸੀਮਾ ਤਪਾਰੀ ਵਰਗੇ, ਉਹ ਨੈਟਫਲਿਕਸ ਤੇ ਪਹੁੰਚ ਜਾਂਦੇ। ਸਹੀ ਗੱਲ ਆ। ਸੋ ਇਹ ਗੱਲ ਬੜੀ ਸੋਚਣ ਵਾਲੀ ਹੈ, ਸਾਰੇ ਇਹਦੇ ਮਗਰ ਪੈ ਗਏ ਸੀ। ਐਂਡ ਆਈ ਥਿੰਕ ਇਹਦੀ ਜਗ੍ਹਾ ਜੇ ਕੋਈ ਮੁੰਡਾ ਹੁੰਦਾ ਐਗਜ਼ੈਕਟਲੀ ਸੇਮ ਜਿਵੇਂ ਪ੍ਰਦਿਊਮਨ ਨੂੰ ਅਸੀਂ ਕਹਤਾ ਉਹਨੇ ਸ਼ੂਗਰ ਕੋਟ, ਕੋਈ ਹੋਰ ਮੁੰਡਾ ਹੁੰਦਾ ਨਾ, ਅਸੀਂ ਉਹਨੂੰ ਇੰਨਾ ਨਹੀਂ ਐਫਸੀ ਚੱਕਣਾ ਸੀਗਾ, ਅਸੀਂ ਕਹਿੰਦੇ ਕੋਈ ਗੱਲ ਨਹੀਂ ਵੀ ਉਹਦੀ ਚੋਇਸ ਆ। ਹਾਂ ਵੀ ਉਹ ਬੜਾ ਸ਼ੋਰ ਆ, ਬੜਾ ਸ਼ੋਰ ਬੰਦਾ ਹੈ। ਮੈਨੂੰ ਇਹ ਲੱਗਦਾ ਕਿ ਬਿਕੋਜ਼ ਉਹ ਕੁੜੀ ਆ ਤੇ ਉਹ ਆਪਣੇ ਮਤਲਬ ਬੜਬੋਲੀ ਦਿਖਾ ਰਹੀ ਹੈ, ਇਸ ਕਰਕੇ ਅਸੀਂ ਪਹਿਲਾਂ ਹੀ ਜੱਜ ਕਰ ਰਹੇ ਹਾਂ ਕਿ ਸ਼ੀ ਇਜ਼ ਨਾਟ ਐਨ ਐਡਜਸਟਿੰਗ ਟਾਈਪ, ਮਈ ਉਹਨੇ ਆਪਣੇ ਆਪ ਨੂੰ ਜ਼ਿਆਦਾ ਸਮਝ ਰਹੀ ਹੈ। ਹਾਂ ਤੇ ਸੀਮਾ ਤਪਾਰੀਆ ਵੀ ਮਾਮੀ ਵੀ ਕਹਿੰਦੀ ਹੈ ਇਹਦੇ ਬਾਰੇ ਵੀ ਉਹ ਥੋੜੀ ਸਟਬਨ ਆ, ਉਹਦਾ ਕ੍ਰਾਈਟੇਰੀਆ ਇਦਾਂ ਨਹੀਂ, ਇਹ ਵੀ ਆਪਣੇ ਆਪ ਨੂੰ ਜ਼ਿਆਦਾ ਸਮਝਦੀ ਆ। ਸਗੋਂ ਇਹਦੇ ਚ ਜੋ ਪੋਜ਼ਿਟਿਵ ਚੀਜ਼ ਲੈਣੀ ਆ, ਆਪਣੇ ਆਪ ਨੂੰ ਜ਼ਿਆਦਾ ਸਮਝੋ, ਦੁਨੀਆ ਕੀ ਹੈ ਵੀ। ਹਾਂਜੀ ਰਾਈਟ, ਐਟਲੀਸਟ ਇਹਦੀ ਜ਼ਿੰਦਗੀ ਦੇ ਵਿੱਚ ਉਹਨੂੰ ਜੇ ਕੋਈ ਕੁਝ ਕਹਿੰਦਾ ਉਹਨੂੰ ਪਰਵਾਹ ਤਾਂ ਨਹੀਂ ਕਰਦੀ, ਉਹ ਚੱਕੀ ਜਾਂਦੀ ਹੈ ਫੱਟੇ ਲਾ ਕੇ। ਸੈਲਫ ਸਸਟੇਨੇਬਲ ਹੈ, ਉਹਨੇ ਆਪਣੇ ਹਾਰਡ ਵਰਕ ਨਾਲ ਲਾਇਰ ਬਣੀ ਹੈ, ਸਭ ਕੁਝ ਕੀਤਾ ਉਹਨੇ। ਵਿੱਚ ਐਂਡ ਜੇ ਚ ਮੋਟਰਸਾਈਕਲ ਲੰਘਿਆ ਸੀ, ਗਵਾਂਢ ਚ ਉਹਨੇ ਨਜ਼ਰ ਨੂੰ ਉਠਾਤਾ, ਸਾਡੀ ਚਾਹ ਇੱਧਰ ਉੱਧਰ ਹੋ ਗਈ। ਪਰ ਆਪਾਂ ਅਪਰਨਾ ਦੀ ਸਾਰੇ ਗੱਲ ਕਰ ਲਈ ਸੀ ਆਪਾਂ, ਹਨਾ ਸਾਰੀ ਕਰ ਲਈ ਸੀ। ਅਪਰਨਾ ਦੀ ਵੀ ਆਲਮੋਸਟ ਸਾਰੀ ਕੰਪਲੀਟ ਹੀ ਸੀਗੀ। ਹਾਂ, ਜੋ ਆਪਾਂ ਕਹਿਣਾ ਜਾ ਰਹੇ ਸੀ ਵੀ ਆਪਣੇ ਬਲਬੂਤੇ ਤੇ ਬਣੀ ਆ, ਆਪਣਾ ਵਿਊ ਪੁਆਇੰਟ ਅਸੀਂ ਦੇਤਾ ਕਿ ਹਾਂ ਵੀ ਮਤਲਬ ਪੂਰੀ ਤਰ੍ਹਾਂ ਉਹ ਵੀ ਰੋਂਗ ਨਹੀਂ ਹੈਗੀ ਆ। ਹਾਂ ਥੋੜਾ ਬਹੁਤ ਇੱਕ ਉਹਨੇ ਇੱਕ ਜਗ੍ਹਾ ਇੱਕ ਡਾਇਲੌਗ ਜਿਹਾ ਕਿਹਾ ਸੀਗਾ ਕਿ ਵੀ ਜੇ ਮੈਂ ਵਿਆਹ ਕਰੂੰਗੀ ਵੀ ਜਿਹੜਾ ਮੁੰਡਾ ਆਊਗਾ ਵੀ ਉਹਨੂੰ ਮੇਰੇ ਹਿਸਾਬ ਨਾਲ ਟਰਨ ਅਪ ਹੋਣਾ ਪੈਣਾ, ਵੀ ਉੱਥੇ ਉਹਨੂੰ ਥੋੜਾ ਜਿਹਾ ਹਾਂ ਉਹ ਥੋੜਾ ਐਕਸਟ੍ਰੀਮ ਹੋ ਗਿਆ ਸੀ। ਉਹਨੂੰ ਥੋੜਾ ਜਿਹਾ ਕਰਨਾ ਸੀ ਵੀ ਉਹਦੀ ਵੀ ਮੈਰਿਜ ਆ, ਉਹਦੀ ਵੀ ਲਾਈਫ ਆ, ਦੋਨਾਂ ਨੂੰ ਇਕੁਅਲ ਪਾਰਟਨਰਸ਼ਿਪ ਵਾਲੀ ਗੱਲ ਸੀ। ਹਾਂ ਪਰ ਉਹਦੀ ਜਿਹੜੀ ਸਟਬਨਨੈਸ ਐਕਚੁਅਲੀ ਮਿਸਅੰਡਰਸਟੂਡ। ਚਲੋ ਇਹ ਸੀਗੇ ਜੀ ਸਾਡੇ ਇੰਡੀਅਨ ਮੈਚ ਮੇਕਿੰਗ ਦੇ ਪਹਿਲੇ ਐਪੀਸੋਡ ਦੇ ਵਿਚਾਰ। ਉਹਦੇ ਵਿੱਚੋਂ ਕੁਝ ਨਾ ਕੁਝ ਪੋਜ਼ਿਟਿਵ ਹਰੇਕ ਬੰਦੇ ਚ ਲੱਭਣ ਦੀ ਕੋਸ਼ਿਸ਼ ਕੀਤੀ, ਇੱਕ ਦੋ ਚ ਨਹੀਂ ਵੀ ਲੱਭੇ, ਚਲੋ ਕੋਈ ਗੱਲ ਨਹੀਂ। ਤੇ ਤੁਸੀਂ ਆਪਣੇ ਵਿਚਾਰ ਜ਼ਰੂਰ ਦਿਓ ਕੱਲੇ ਕਰੈਕਟਰ ਤੇ, ਜੇ ਦੇਖਿਆ ਜੇ ਨਹੀਂ ਦੇਖਿਆ ਤਾਂ ਹੁਣ ਇਸ ਤੋਂ ਬਾਅਦ ਜਾ ਕੇ ਦੇਖਿਓ, ਕੁਝ ਵੀ ਸਿੱਖਣ ਨੂੰ ਮਿਲੂਗਾ। ਤੇ ਜਿਵੇਂ ਅਸੀਂ ਕਿਹਾ ਵੀ ਉਹ ਫਿਰ ਦੱਸਿਓ ਵੀ ਉਹ ਸਹੀ ਲੱਗਿਆ ਕਿ ਨਹੀਂ। ਹਾਂਜੀ ਆਪਣੇ ਮਤਲਬ ਵਿਊਜ਼ ਦਿਓ, ਔਰ ਫਿਰ ਅੱਗੇ ਵਾਲੀ ਸਟੋਰੀ ਰਿਵੀਲ ਨਾ ਕਰਿਓ, ਬਾਕੀ ਥੱਲੇ ਕਮੈਂਟਸ ਦੇ ਵਿੱਚ। ਮੈਨੂੰ ਤਾਂ ਫੇਵਰਟ ਖੜਿਆ। ਚਲੋ ਜੀ, ਓਕੇ, ਬਾਏ।